ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪ ਜੀ ਸਾਹਿਬ ਭਾਗ 16। ਸੁਣੀਏ ਸਰਾਂ ਗੁਣਾ ਕੇ ਗਾ, ਸੁਣੀਏ ਸੇਖ ਪੀਰ ਪਾਤਸ਼ਾਹ, ਸੁਣੀਏ ਅੰਧੇ ਪਾਵੇ ਰਾਹ, ਸੁਣੀਏ ਹਾਥ ਹੋਵੇ ਅਸਗਾ, ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਰਨ। ਕੀ ਸਮਝਾਉਂਦੇ ਆ ਸਤਿਗੁਰ? ਪਿਛਲੀਆਂ ਪੌੜੀਆਂ ਦੇ ਵਿੱਚ ਸਤਿਗੁਰਾਂ ਨੇ ਸੰਸਾਰ ਦੀਆਂ ਮੱਤਾਂ ਬਾਰੇ ਗਾਵੇ ਈਸ਼ਰ ਬ੍ਰਹਮਾ, ਜੋਗੀ ਸਿਵਪੰਥੀ, ਬ੍ਰਾਹਮਣ, ਪੰਡਤ, ਰਾਜੇ, ਸਾਰਿਆਂ ਬਾਰੇ ਆਪਾਂ ਨੂੰ ਸਮਝਾਇਆ। ਬਾਣੀ ਗੁਰੂ ਉਪਦੇਸ਼ ਰਾਹੀਂ ਆਪਾਂ ਨੂੰ ਸਮਝਾ ਰਹੀ ਹੈ, ਸੁਣੰਦਾ ਕੈਸੇ ਮਾਰਗ ਪਾਵੇ, ਕਰ ਗਹਿ ਲੈ ਓੜ ਨਿਭਾਵੇ। ਕਰ ਤੋਂ ਭਾਵ ਮਨ। ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੁੱਟੇ ਮਨ ਕਹਾਂ ਸਮਾਈ। ਭਗਤ ਕਬੀਰ ਜੀ ਸਮਝਾਉਂਦੇ ਨੇ, ਕਿੱਥੇ ਚਲਿਆ ਜਾਂਦਾ ਹੈ। ਆਤਮਾ ਅਮਰ ਹੈ, ਮਰਦੀ ਨਹੀਂ। ਮਰਦੀ ਉਹ ਚੀਜ਼ ਹੁੰਦੀ ਹੈ ਜੋ ਪੈਦਾ ਹੁੰਦੀ। ਜਿਹੜੀ ਚੀਜ਼ ਪੈਦਾ ਹੀ ਨਹੀਂ ਹੋਈ, ਪੈਦਾ ਕੀ ਹੋਇਆ? ਮਾਇਆ। ਜੋ ਉਪਜਿਓ ਸੋ ਬਿਨਸ ਹੈ ਪਰਵਾਸ ਕੇ ਕਾਲ। ਪਿਛਲੀਆਂ ਪੌੜੀਆਂ ਸਤਿਗੁਰਾਂ ਨੇ ਆਪਾਂ ਨੂੰ ਸੰਸਾਰੀ ਮੱਤਾਂ ਬਾਰੇ ਸਮਝਾਇਆ। ਇੱਥੇ 4 ਪੌੜੀਆਂ ਦੀ ਲਾਸਟ ਪੌੜੀ ਹੈ। ਆਪਾਂ ਕੀ ਕਰਨਾ ਹੈ, ਆਪਾਂ ਨੂੰ ਕਿਵੇਂ ਪ੍ਰਾਪਤੀ ਹੋ, ਸਿੱਖ ਸੰਗਤ ਨੂੰ ਕਿਵੇਂ ਪ੍ਰਾਪਤੀ ਹੋ, ਗੁਰੂ ਘਰ ਜਾ ਕੇ ਸਾਨੂੰ ਕੀ ਲਾਭ ਹੋ। ਇਹ ਸਿੱਖੀ ਦਾ ਘਰ ਹੈ ਭਾਈ। ਸਿੱਖੀ ਤੋਂ ਭਾਵ ਮੁਕਤੀ ਦਾ ਘਰ, ਦੁੱਖਾਂ ਤੋਂ ਛੁਟਕਾਰਾ। ਇਹ ਤਾਂ ਦੁੱਖਾਂ ਤੋਂ ਛੁਟਕਾਰਾ ਆਪਣਾ ਹੋਊ ਜੇ ਆਪਾਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ ਔਰ ਬਾਣੀ ਨੂੰ ਸਤ ਕਰਕੇ ਮੰਨਾਂਗੇ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਕਰਤਾ ਮੁਖੋਂ ਆਪ ਕਢਾਵੇ। ਕਰਤੇ ਪੁਰਖ ਦੇ ਗੁਣਾਂ ਦਾ ਅਧਿਐਨ ਹੈ। ਬਾਣੀ ਆਪਾਂ ਨੂੰ ਗੁਣਾਂ ਦਾ ਗਿਆਨ ਕਰਾਉਂਦੀ ਹੈ। ਜੋ ਮੂਲ ਮੰਤਰ ਆਪਾਂ ਪਿੱਛੇ ਵਿਚਾਰਿਆ ਸੀ, ਮੂਲ ਤੋਂ ਭਾਵ ਅਸਲ, ਮੰਤਰ ਵਿਧੀ, ਮੰਤੂ ਜੋ ਸਰੂਪ ਹੈ, ਆਪਣਾ ਮੂਲ ਪਛਾਣ, ਆਤਮਾ ਦਾ ਮੂਲ ਕੀ ਹੈ, ਉਹ ਗੁਣਾਂ ਦੀ ਵਿਚਾਰ ਹੈ ਬਾਣੀ। ਆਪਾਂ ਇਹ ਗੁਣਾਂ ਦੀ ਪ੍ਰਾਪਤੀ ਕਰਨੀ ਹੈ। 4 ਗੁਣਾਂ ਦੇ ਵਿੱਚ ਸੰਸਾਰ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਇਹ 4 ਗੁਣਾਂ ਦੀ ਆਪਾਂ ਪ੍ਰਾਪਤੀ ਕਰਨੀ ਹੈ। ਸੰਸਾਰ 'ਚ ਕਿੱਡਾ ਵੀ ਕੋਈ ਰਾਜਾ, ਔਲੀਆ, ਪੀਰ, ਪੈਗੰਬਰ, ਆਪਦੇ ਆਪ ਨੂੰ ਵੱਡੇ ਰੁਤਬੇ ਮੰਨਣ ਵਾਲਾ ਭੈ ਤੋਂ ਮੁਕਤ ਨਹੀਂ ਹੁੰਦਾ। ਉਹ ਗੁਣ ਇਹ 'ਚ ਨਹੀਂ ਹੁੰਦਾ। ਕੋਈ ਵੀ ਹੋਏ, ਨਿਰਵੈਰ ਨਹੀਂ ਹੁੰਦਾ। ਸੰਸਾਰ ਨਾਲ ਉਹਦਾ ਵੈਰ ਵਿਰੋਧ ਰਹਿੰਦਾ, ਕਾਲ ਉਹਦੇ ਸਿਰ 'ਤੇ ਰਹਿੰਦਾ, ਉਹ ਸਰੀਰ ਨਾਲ ਪ੍ਰੇਮ ਕਰਦਾ। ਅਜੂਨੀ ਨਹੀਂ ਹੁੰਦਾ। 4 ਗੁਣ ਪ੍ਰਾਪਤ ਕਰ ਲੈਣੇ। ਇਹ ਵਿਚਾਰਧਾਰਾ ਨਾਲ ਜੁੜ ਕੇ ਉਹੀ ਗੁਣਾਂ ਦਾ ਅਧਿਐਨ ਹੈ ਜੋ ਗੁਰੂ ਭਗਤ ਸਾਹਿਬਾਨਾਂ ਦੀ ਬਾਣੀ ਹੈ, ਜਿਨ੍ਹਾਂ ਨੇ ਸੰਸਾਰ ਨੂੰ ਪ੍ਰੇਰਿਆ। ਉਹ ਹੁਕਮ ਰੂਪ ਨੇ ਸਾਰੇ, ਆਤਮਾ ਕਰਕੇ। ਉਹਨਾਂ ਦੇ ਪਿੱਛੇ ਚੱਲਣਾ ਆਪਾਂ, ਫਿਰ ਆਪਾਂ ਨੂੰ ਇਹ ਪ੍ਰਾਪਤੀ ਹੋਣੀ ਹੈ। ਫਿਰ ਆਪਣਾ ਸੰਸਾਰ 'ਚੋਂ ਛੁਟਕਾਰਾ ਹੋਣਾ ਵਾ। ਇਹ ਲਾਸਟ ਪੌੜੀ ਹੈ ਸੁਣਨ ਦੀ। ਪਿੱਛੇ ਵੀ ਆਪਾਂ ਵਿਚਾਰਿਆ ਵੀ ਸੁਣਨ ਨਾਲ ਐਡਾ ਫਲ ਹੈ, ਫਿਰ ਅਸੀਂ ਕਿਉਂ ਨਹੀਂ ਸੁਣਦੇ? ਅਭਾਗੇ ਹਾਂ ਭਾਈ। ਗੁਰੂ ਘਰ ਜਾ ਕੇ, ਜਿੱਥੇ ਗੁਰੂ ਕੇ ਪਿਆਰੇ ਬਾਣੀ ਨੂੰ ਵਿਚਾਰਦੇ ਨੇ, ਗੁਰਮਤਿ ਸਮਾਗਮ ਹੁੰਦੇ ਨੇ, ਸਿਰਫ ਗੁਰੂ ਦੀ ਬਾਣੀ, ਉੱਧਰ ਨੂੰ ਆਪਾਂ ਧਿਆਨ ਦੇਣਾ ਵਾ। ਫਿਰ ਆਪਾਂ ਨੂੰ ਪ੍ਰਾਪਤੀ ਹੋਣੀ ਆ। ਮੂਰਖ ਕੋ ਸਮਝਾਵਰੇ। ਬਾਣੀ ਮੂਰਖ ਮਨ ਨੂੰ ਸਮਝਾਉਂਦੀ ਹੈ। ਇੱਥੇ ਸਤਿਗੁਰ ਕੀ ਸਮਝਾਉਂਦੇ ਆ? ਸੁਣੀਏ ਸਰਾਂ ਗੁਣਾ ਕੇ ਗਾ। ਗੁਣ ਵਿਚਾਰਨ ਨਾਲ ਜਦੋਂ ਸਾਡੇ 'ਚ ਗੁਣ ਪੈਦਾ ਹੁੰਦੇ ਆ, ਭੈ ਤੋਂ ਮੁਕਤ ਹੁੰਦੇ ਹਾਂ, ਬਾਣੀ ਦੀ ਵਿਚਾਰਧਾਰਾ ਨਾਲ ਅਸੀਂ ਜੁੜਦੇ ਹਾਂ, ਸਾਡੇ 'ਚ ਪਰਿਵਰਤਨ ਆ ਜਾਂਦਾ ਹੈ, ਸਾਡਾ ਜੀਵਨ ਬਦਲ ਜਾਂਦਾ ਹੈ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਗੁਰ ਸ਼ਬਦ ਦਾ ਗਿਆਨ ਮਨੁੱਖ ਨੂੰ ਦੇਵਤਾ ਬਣਾ ਦਿੰਦਾ।
ਆਪਾਂ ਵੀ ਤੇ ਪ੍ਰਾਪਤੀ ਕਰਨੀ ਹੈ ਭਾਈ, ਇਹ ਗੁਣਾਂ ਦੀ ਪ੍ਰਾਪਤੀ ਕਰਨੀ ਹੈ। ਸਤਿਗੁਰ ਸਮਝਾਉਂਦੇ ਆ ਜਿਹੜੇ ਗੁਰਸਿੱਖ ਵਿਚਾਰਧਾਰਾ ਨਾਲ ਜੁੜਦੇ ਨੇ, ਸੁਣੀਏ ਸਰਾ ਗੁਣਾ ਕੇ ਗਾ, ਸੁਣੀਏ ਸੇਖ ਪੀਰ ਪਾਤਸ਼ਾਹ। ਸ਼ੇਖ ਬਾਬਾ ਫਰੀਦ ਜੀ ਇਸਲਾਮ 'ਚੋਂ ਆਏ। ਉਰਦੂ ਦੇ ਵਿੱਚ ਸੇਖ ਉਹ ਗਿਆਨੀਆਂ ਨੂੰ ਕਹਿੰਦੇ ਨੇ। ਸੇਖ ਫਰੀਦ ਦੀ ਜੇ ਖੈਰ ਬੰਦਗੀ, ਪੀਰ ਸਾਰਿਆਂ ਦੀ ਜਾਣਨ ਵਾਲਾ, ਪਾਤਸ਼ਾਹ ਉਦੋਂ ਵੱਡਾ। ਸਿਰਸਾਹਾਂ ਪਾਤਸ਼ਾਹ ਉਹ ਕੌਣ ਹੈ? ਸੱਚ, ਹੁਕਮ, ਨਾਮ। ਉਹੀ ਗੁਰੂ ਭਗਤ ਸਾਹਿਬਾਨਾਂ ਨੇ ਆਪਾਂ ਨੂੰ ਸਮਝਾਇਆ। ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ। ਇਹ ਆਪਾਂ ਨੂੰ ਪ੍ਰਾਪਤੀ ਤਾਂ ਹੋਊ ਜੇ ਬਾਣੀ ਨੂੰ ਆਪਾਂ ਸੁਣਾਂਗੇ, ਪੂਰੇ ਧਿਆਨ ਲਾ ਕੇ ਵਿਚਾਰਾਂਗੇ, ਫਿਰ ਜੋ ਗਿਆਨ ਪੈਦਾ ਹੋਊ, ਫਿਰ ਆਪਣੇ ਦੇ ਵਿੱਚ ਵੀ ਇਹ ਗੁਣਾਂ ਦੀ ਪ੍ਰਾਪਤੀ ਸ਼ੁਰੂ ਹੋਊਗੀ। ਗੁਣ ਵਿਚਾਰੇ ਗਿਆਨੀ ਸੋਏ, ਗੁਣਮੇ ਗਿਆਨ ਪ੍ਰਾਪਤ ਹੋਏ। ਫਿਰ ਜੋ ਗਿਆਨ ਪ੍ਰਾਪਤ ਹੁੰਦਾ ਹੈ, ਸੰਸਾਰ ਦੀ ਜਿਹੜੀ ਮਾਇਆ ਰਚੀ ਹੈ ਕੁਦਰਤ ਨੇ, ਉਹ ਸਾਰਾ ਗਿਆਨ ਹੋ ਜਾਂਦਾ ਹੈ। ਉਸ ਤੋਂ ਬਾਅਦ ਫਿਰ ਸਾਨੂੰ ਨਾਮ ਦਾ ਦਰਸ਼ਨ ਹੁੰਦਾ ਹੈ। ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੰਦ। ਪ੍ਰਭ ਦੀ ਸਿਮਰਨ ਭਾਵ ਜਪ ਨਾਲ, ਸਮਝ ਨਾਲ, ਸੋਝੀ ਨਾਲ, ਰਿੱਧ ਮਾਇਆ ਦਾ ਗਿਆਨ, ਸਿੱਧ ਨਾਮ ਦਾ ਦਰਸ਼ਨ, ਸਿੱਧੀ ਪ੍ਰਾਪਤ ਹੋ ਜਾਂਦੀ ਹੈ। ਬੁੱਧ ਬਦਲੀ ਸਿੱਧ ਭਾਈ, ਸਾਡੀ ਬੁੱਧੀ ਦਾ ਸਮਾਪਤ ਹੋ ਜਾਣਾ, ਗੁਰਮਤਿ ਦਾ ਪ੍ਰਗਟ ਹੋ ਜਾਣਾ, ਉਹ ਪ੍ਰਾਪਤੀ ਹੈ ਭਾਈ। ਪਿੱਛੇ ਵੀ ਆਪਾਂ ਬਾਬਾ ਫਰੀਦ ਦੇ ਸ਼ਲੋਕ ਵਿਚਾਰੇ। ਕਵਣ ਸੋ ਖਰ ਕਵਣ ਗੁਣ, ਕਵਣ ਸੋ ਮਣੀਆਂ ਮਤ। ਉਹ ਕਿਹੜੀ ਮਤ ਹੈ? ਉਹ ਕੌਣ ਹੈ ਅਖਰ ਸੱਚ ਜਿਹੜਾ ਹਮੇਸ਼ਾ ਰਹਿੰਦਾ ਹੈ? ਉਹ ਕਿਹੜੇ ਗੁਣ ਨੇ? ਅਗਲੇ ਸ਼ਲੋਕ ਬਾਬਾ ਫਰੀਦ ਜੀ ਨੇ ਆਪਾਂ ਨੂੰ ਸਮਝਾਇਆ। ਨਿਵਣ ਸੋ ਅਖਰ, ਜਿਹੜੇ ਨੀਵੇਂ ਹੋ ਜਾਂਦੇ ਨੇ, ਉਹ ਖਰ ਦੇ ਅੱਗੇ, ਸੱਚ ਅੱਗੇ ਝੁਕ ਜਾਂਦੇ ਨੇ, ਨਿਵਾਣੇ ਹੋ ਜਾਂਦੇ ਨੇ। ਖਵਣ ਗੁਣ, ਉਹ ਸਮਾ ਜਾਂਦੇ ਨੇ, ਉਹਦੇ ਵਿੱਚ ਹੀ ਲੀਨ ਹੋ ਜਾਂਦੇ ਨੇ। ਜੇਬਾ ਮਣੀਆਂ ਮਤ, ਉਹਨਾਂ ਦੀ ਮੱਤ 'ਤੇ ਫਿਰ ਇਹ ਮਣੀਆਂ ਮਤ ਗੰਗਾ ਪ੍ਰਗਟ ਹੁੰਦੀ ਹੈ। ਇਹ ਗੁਰਮਤਿ ਆਪਾਂ ਵੀ ਤਾਂ ਇਹ ਪ੍ਰਗਟ ਕਰਨੀ ਹੈ ਭਾਈ। ਆਪਣੇ ਅੰਦਰੋਂ ਜਾ ਕੇ ਸੁਣਨੀ ਹੈ। ਇਹ ਆਪਣੀ ਮੱਤ ਦਾ ਤਿਆਗ ਹੋਣਾ। ਗੁਰਮਤਿ ਦੀ ਪ੍ਰਾਪਤੀ ਤਾਂ ਹੋਊ ਆਪਾਂ ਨੂੰ ਜੇ ਆਪਣੀ ਮੱਤ ਦਾ ਤਿਆਗ ਹੋ। ਆਪਣੀ ਮੱਤ ਦਾ ਤਿਆਗ ਆਪਾਂ ਤਾਂ ਕਰ ਨਹੀਂ ਸਕਦੇ। ਗੁਰ ਕੀ ਮਤੁ ਲਿਹੋ ਆਣੇ, ਭਗਤੀ ਬਿਨਾ ਡੂਬੇ ਸਿਆਣੇ। ਜਦੋਂ ਅਸੀਂ ਕੁਦਰਤ ਦੇ ਗੁਣਾਂ ਬਾਰੇ ਬਾਣੀ ਸਾਨੂੰ ਸਮਝਾਉਂਦੀ ਹੈ, ਵਿਚਾਰਦੇ ਹਾਂ, ਉਹਦੇ 'ਚੋਂ ਗਿਆਨ ਪੈਦਾ ਹੁੰਦਾ, ਫਿਰ ਗੁਰ ਕੀ ਮਤ ਪੈਦਾ ਹੁੰਦੀ ਹੈ। ਗੁਰਸਾਖੀ ਜੋਤ ਪ੍ਰਗਟ ਹੋਏ ਰਹਿ ਰਸ ਵੀ ਆਪਾਂ ਰੋਜ਼ ਪੜ੍ਹਦੇ ਹਾਂ। ਗੁਰਸਾਖੀ ਤੋਂ ਭਾਵ ਗੁਰੂ ਦੀ ਸਿੱਖਿਆ ਨਾਲ ਇਹ ਪ੍ਰਗਟ ਹੁੰਦੀ ਹੈ। ਸਿੱਖੀ ਦਾ ਘਰ ਹੈ, ਮੁਕਤੀ ਦਾ ਘਰ ਹੈ, ਆਪਾਂ ਪ੍ਰਾਪਤੀ ਕਰਨੀ ਹੈ। ਸੁਣੀਏ ਸਰਾ ਗੁਣਾ ਕੇ ਗਾਂ, ਸੁਣੀਏ ਸੇਖ ਪੀਰ ਪਾਤਸ਼ਾਹ। ਗੁਣਾਂ ਦਾ ਧਿਆਨ ਕਰਨ ਵਾਲਾ ਵੀ ਉਹਦਾ ਹੀ ਰੂਪ ਹੋ ਜਾਂਦਾ ਹੈ। ਸੁਣੀਏ ਅੰਧੇ ਪਾਵੇ ਰਾਹ, ਜਿਹੜਾ ਮੰਨ ਲੂਗਾ ਅੰਨਾ। ਅਸੀਂ ਅੰਨੇ ਹੀ ਹੁੰਦੇ ਹਾਂ ਸਾਰੇ। ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਣ ਨਾ ਹੈ, ਅੱਖਾਂ ਦੀ ਗੱਲ ਨਹੀਂ ਹੈਗੀ ਹੈ, ਬੁੱਧੀ ਕਰਕੇ ਅੰਨੇ ਅਸੀਂ, ਉਹ ਸਾਨੂੰ ਗੁਰਮਤਿ 'ਚੋਂ ਪ੍ਰਾਪਤ ਹੋਣੀ ਹੈ। ਸੁਣੀ ਅੰਧੇ ਪਾਵੇ ਰਾਹ, ਸੁਣੀਏ ਹਾਥ ਹੋਵੇ ਸਗਾ। ਸਗਾ ਬਾਣੀ ਆਪਾਂ ਨੂੰ ਆਗਾਹ ਕਰਦੀ ਕਹਿ ਲਈਏ। ਫਰੀਦਾ ਧਨ ਜੋਬਨ ਵਡਿਆਈਆਂ, ਗਰਭ ਜਿਨਾ ਆਗਾਹ ਕਰਦੀ ਹੈ ਬਾਣੀ, ਸਾਨੂੰ ਅਲਰਟ ਕਰਦੀ ਹੈ, ਚੇਤਾਵਨੀ ਦਿੰਦੀ ਹੈ। ਇਹ ਉਰਦੂ ਦਾ ਸ਼ਬਦ ਹੈ ਬਾਬਾ ਫਰੀਦ ਜੀ ਦਾ। ਧਨ ਜੋਬਨ ਵਡਿਆਈਆਂ, ਗਰਭ ਜਿਨਾ ਆਗਾਹ। ਖਾਲੀ ਚਲੇ ਧਣੀ ਟਿੱਬੇ ਮੁਹਾ, ਕਹਿੰਦੇ ਐਂ ਚਲੇ ਜਾਓਗੇ ਖਾਲੀ, ਜਿਵੇਂ ਟਿੱਬਿਆਂ 'ਚ ਮੀਂਹ ਪੈ ਕੇ ਰੁੜ ਕੇ ਥੱਲੇ ਆ ਜਾਂਦਾ, ਐਂ ਅਰਸ਼ ਤੋਂ ਫਰਸ਼ 'ਤੇ ਡਿੱਗ ਪਏ ਅਸੀਂ ਨਰਕਾਂ ਨੂੰ ਚਲੇ ਜਾਵਾਂਗੇ ਜੇ ਅਗਾਹ ਨਾ ਹੋਏ, ਗੁਰ ਕੀ ਮਤ ਨਾ ਮੰਨੀ, ਭਾਣਿਸ਼ ਨਾ ਚੱਲੇ। ਸੁਣੀਏ ਹਾਥ ਹੋਵੇ ਅਸਗਾ। ਫਿਰ ਸਾਨੂੰ ਸਮਝ ਆਉਂਦੀ ਹੈ ਸੰਸਾਰ ਸਮੁੰਦਰ ਕੀ ਹੈ। ਇੱਛਾ ਦਾ, ਇਹ ਇੱਛਾ ਦਾ ਸਮੁੰਦਰ ਹੈ। ਇੱਛਾ ਸਾਡੇ ਅੰਦਰ ਉੱਠਦੀਆਂ ਨੇ। ਆਸ ਅਨਿਤ ਤਿਆਗੋ ਤਰੰਗ, ਜਿਵੇਂ ਜਲ 'ਚ ਲਹਿਰਾਂ ਉੱਠਦੀਆਂ, ਸਾਡੇ ਅੰਦਰ ਇੱਛਾ ਉੱਠਦੀਆਂ ਨੇ। ਸੰਤ ਜਨਾਂ ਦੀ ਬਾਣੀ ਹੈ ਭਾਈ, ਧੂਰੇ ਗਿਆਨ ਲੈਣਾ, ਇਹ ਇੱਛਾ ਰੱਖਣੀ, ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ। ਫਿਰ ਆਪਾਂ ਨੂੰ ਗੁਣਾਂ ਦੀ ਪ੍ਰਾਪਤੀ ਹੋਣੀ ਹੈ, ਭੈ ਤੋਂ ਮੁਕਤੀ ਮਿਲਣੀ ਹੈ, ਨਿਰਵੈਰ ਹੋਣਾ, ਕਾਲ ਤੋਂ ਮੁਕਤ ਹੋ ਜਾਣਾ ਆਪਾਂ। ਅਜੂਨੀ ਸਰੀਰ 'ਚ ਰਹਿੰਦੇ ਰਹਿੰਦੇ ਸਰੀਰ ਦਾ ਪ੍ਰੇਮ ਛੱਡ ਕੇ ਆਪਦੇ ਘਰ ਪਹੁੰਚ ਜਾਣਾ ਧਿਆਨ ਕਰਕੇ। ਸਰੀਰ ਕਰਕੇ ਤਾਂ ਆਪਾਂ ਸਾਰੀ ਪੂਰਨ ਧਿਆਨ ਤੋਂ ਕੋਰੇ ਹਾਂ, ਆਤਮਾ ਤੋਂ ਕੋਰੇ ਹਾਂ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਉਹ ਫਿਰ ਧਿਆਨ ਦੀ ਦੁਨੀਆ 'ਚ ਚਲੇ ਜਾਂਦੇ ਨੇ। ਕੋਈ ਵੀ ਹੋ ਸਕਦਾ ਭਾਈ। ਮਸਕਤ ਸੰਸਾਰ
ਜੰਮਣਾ ਮਰਨਾ ਉਹਦਾ ਛੁਟਕਾਰਾ ਹੋ ਜਾਂਦਾ ਹੈ। ਨਾਨਕ ਤੇ ਮੁਖ ਉਜਲੇ, ਮੁਖ ਉਜਲ ਤੋਂ ਭਾਵ ਉਹਨਾਂ ਨੂੰ ਚਾਨਣ ਹੋ ਜਾਂਦਾ। ਗੁਰਬਾਣੀ ਜਗ ਮੇ ਚਾਨਣ ਕਰਮ ਬਸੇ ਮਨ, ਆਈ ਕਿਰਪਾ ਨਾਲ ਮਨ 'ਚ ਵਸਣੀ ਹੈ। ਕੀਤੀ ਛੁੱਟੀ ਨਾਲ ਐਸੇ ਗੁਰਸਿੱਖਾਂ ਦੀ ਸੰਗਤ ਕਰਨੀ ਹੈ ਜਿਨ੍ਹਾਂ ਦੇ ਨਾਲ ਕਿੰਨੇ ਹੀ ਹੋਰ ਨਿਕਲ ਜਾਂਦੇ ਨੇ, ਮਾਇਆ ਪਾਰ ਕਰ ਜਾਂਦੇ ਨੇ। ਪਰ ਮਾਇਆ ਪਾਰ ਗੁਰ ਸ਼ਬਦ ਤੋਂ ਬਿਨਾਂ ਨਹੀਂ ਹੋਣੀ ਹੈਗੀ। ਪਾਰ ਉਹ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਆਤਮਾ ਦਾ ਪ੍ਰੀਤਮ ਮਾਇਆ ਤੋਂ ਪਰੇ ਹੈ। ਇਹ ਮਾਇਆ ਦਾ ਆਪਾਂ ਨੂੰ ਤਿਆਗ ਕਰਨਾ, ਇਹੀ ਭਗਤੀ ਹੈ। ਸੁਣੀਏ ਹਾਥ ਹੋਵੇ ਸਗਾ, ਨਾਨਕ ਭਗਤਾ ਸਦਾ ਵਿਕਾਸ। ਇਹ ਵਿਕਾਸ ਮਾਰਗ ਹੈ। नानक को परमेश्वर के प्यारे, वो लोग सुखीए परलोक से हिले। है लोक 'ਚ ਵੀ ਸੁੱਖ, परलोक ਆਪਦੇ ਘਰ ਪਹੁੰਚ ਜਾਂਦੇ ਨੇ। ਭਾਵ ਸੱਚਖੰਡ ਜਿੱਥੋਂ ਆਤਮਾ ਟੁੱਟ ਕੇ ਆਈ ਆ। ਹੁਣ ਆਪਣਾ ਕੀ ਹੈ? ਖੁਆਰੀ ਹਰ ਵਿਸਰ ਸਦਾ ਖੁਆਰੀ। ਕਿਉਂ ਖੁਆਰੀ ਹੈ? ਹਰ ਵਿਸਰ ਤੇਰੇ ਗੁਣ ਗਲਿਆ। ਗੁਣ ਸਾਡੇ 'ਚ ਕੋਈ ਨਹੀਂ। ਭੈ ਤੋਂ ਮੁਕਤ ਨਹੀਂ, ਨਿਰਵੈਰ ਨਹੀਂ, ਕਾਲ ਤੋਂ ਮੁਕਤ ਨਹੀਂ, ਅਜੂਨੀ ਨਹੀਂ। ਪਰ ਸਰੀਰ ਕਰਕੇ ਪੂਰਨ ਮੰਨੀ ਜਾਂਦੇ, ਜਾਨੂੰ ਕਾਲ ਆ ਜਾਂਦਾ ਭਾਈ। ਇਹ ਗੁਣਾਂ ਦੀ ਪ੍ਰਾਪਤੀ ਕਰਨੀ ਹੈ। ਫਿਰ ਵਿਕਾਸ ਮਾਰਗ ਇਹ ਸਾਡਾ ਅੰਦਰ ਜਿਹੜਾ ਹੈਗਾ, ਮਨ ਬੁੱਧੀ ਖਿੜੇ ਰਹਿੰਦੇ ਆਪਦੇ ਮੂਲ 'ਚ ਮਿਲ ਕੇ। ਸੁਣ ਸੁਣ ਪ੍ਰੀਤਮ ਤੁਮਾਰੀ ਬਾਤੇਂ ਪ੍ਰਭ ਵੇਖਣ ਕਾ ਚਾਓ। ਆਪਾਂ ਵੀ ਰੱਬੀ ਬਾਣੀ ਨਾਲ ਜੁੜਨਾ। ਫਿਰ ਆਪਾਂ ਵੀ ਰੱਬੀ ਬਾਣੀ ਅੰਦਰੋਂ ਸੁਣੀ ਜਾਣੀ ਹੈ। ਧੁਰਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ। ਨਾਨਕ ਭਗਤਾ ਸਦਾ ਵਿਕਾਸ, ਸੁਣੀਏ ਦੁੱਖ ਪਾਪ ਕਾ ਨਾਸ। ਦੁੱਖ ਪਾਪ ਦਾ ਨਾਸ ਤੋਂ ਪਾਪ, ਇਹ ਦੁੱਖ ਸਾਗਰ ਹੈ, ਮ੍ਰਿਤ ਲੋਕ ਹੈ। ਇਹ ਆਪਾਂ ਨੂੰ ਛੱਡਣਾ ਪੈਣਾ, ਪਰ ਆਪਾਂ ਇੱਥੇ ਸੁੱਖ ਭਾਲਦੇ ਹਾਂ। ਇਹ ਦੁੱਖ ਸਾਗਰ 'ਚ ਸਾਡਾ ਛੁਟਕਾਰਾ ਹੋ ਜਾਂਦਾ ਹੈ। ਜੀ ਮਨ ਬੁੱਧੀ ਸੂਝਵਾਨ ਹੋ ਕੇ ਮਾਇਆ ਦਾ ਤਿਆਗ ਕਰਕੇ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਨੇ। ਇਹ ਆਪਾਂ ਪ੍ਰਾਪਤੀ ਕਰਨੀ ਹੈ। ਇਹ 4 ਦਰਸ਼ਨ ਦੱਸੇ ਗਏ ਨੇ ਬਾਣੀ ਵਿੱਚ। ਹਰ ਤੱਕ ਆਪਾਂ ਨੂੰ ਦਰਸ਼ਨ, ਪਰਸਨ, ਸਰਸਨ, ਹਰਸਨ, ਰੰਗ ਰੰਗੀ ਕਰਤਾਰੀ ਰਹੇ। 4 ਵਸਤਾਂ ਨੇ, ਮੁਕਤੀਆਂ ਕਹਿ ਲਈਏ। ਸੁਣੀਏ ਮੰਨੀਏ ਮਨ ਕੀਤਾ ਭਾਵ ਅੰਤਰਗਤ ਤੀਤ ਮਲ। ਇਹ ਆਪਾਂ ਪ੍ਰਾਪਤੀ ਕਰਨੀ ਹੈ। ਪਰ ਇਹ ਬਾਣੀ ਸੁਣਨੀ ਪੈਣੀ ਹੈ। ਆਇਆ ਸੁਣ ਪੜ੍ਹਨ ਕੋ ਬਾਣੀ। ਸੁਣਨ ਆਇਆ, ਸੁਣਾਉਣ ਨਹੀਂ ਅਸੀਂ ਆਏ। ਸੋਚਣ ਨਹੀਂ ਆਏ, ਸਮਝਣ ਆਏ। ਆਓ ਸਾਰੇ ਮਿਲ ਕੇ ਵਿਚਾਰਧਾਰਾ ਨਾਲ ਜੁੜੀਏ। ਅਸੀਂ ਵੀ ਗੁਣਾਂ ਦੀ ਪ੍ਰਾਪਤੀ ਕਰੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।